तेरे नाम ਦੀ ਡੋਲ ਬਣਾਈ ਹੋਈ ਹੈ। ਉਸ ਡੋਲ ਤੇ ਤੇਰੀ ਪਿਕਚਰ ਲਗਾ ਕੇ ਉਹ ਉਹਦੇ ਤੇ ਖਤ ਜਿਹੜਾ ਬਲੈਕ ਮੈਜਿਕ ਕਰਦੇ ਨੇ ਉਹ ਕਰਦੇ ਨੇ, ਜਿਵੇਂ ਸੈਨੇਟਰੀ ਪੈਡਸ ਯੂਜ਼ਡ, ਉਹ ਇੱਕ ਪੈਕਟ ਬਣਾ ਕੇ ਯੂਜ਼ਡ ਸੈਨੇਟਰੀ ਪੈਡਸ ਉਹਨਾਂ ਦੇ ਰੂਮ ਦੇ ਅੱਗੇ, ਉਹਨਾਂ ਦੇ ਘਰ ਦੇ ਅੱਗੇ ਰੱਖੇ ਹੋਏ ਸੀ। ਸੋ ਇਹ ਚੀਜ਼ਾਂ ਗੁਰੂ ਓਮ ਨਮः शिवाय, शिव जी सदा सहाय। ओम नमः शिवाय, गुरु जी सदा सहाय। जय गुरु जी। संगत जी, संगत जी मैं गुरु जी ਦੀ ਬੇਟੀ ਪੰਜਾਬ ਤੋਂ। ਜਿੱਦਾਂ ਆਪਾਂ ਨੂੰ ਪਤਾ ਹੈ ਕਿ ਜਿੱਦਾਂ ਦਾ ਵੀ ਆਪਣਾ ਮੂਡ ਹੁੰਦਾ ਗੁਰੂ ਜੀ ਉਸੇ ਹਿਸਾਬ ਨਾਲ ਆਪਾਂ ਨੂੰ ਮੈਸੇਜ ਦਿੰਦੇ ਨੇ। ਮੇਰਾ ਪਤਾ ਨਹੀਂ ਕੁਛ ਮਹੀਨਿਆਂ ਤੋਂ, ਜਿਵੇਂ ਆਪਾਂ ਕਹਿ ਦਈਏ, ਜਦੋਂ ਵੀ ਮੂਡ ਆਫ ਹੁੰਦਾ ਹੈ ਤਾਂ ਗੁਰੂ ਜੀ ਦਾ ਮੈਸੇਜ ਜ਼ਰੂਰ ਆਉਂਦਾ ਹੈ। ਹੁਣ ਵੀ ਕਿੰਨੇ ਦਿਨਾਂ ਤੋਂ ਮੈਸੇਜ ਆ ਰਿਹਾ ਸੀ ਗੁਰੂ ਜੀ ਦਾ, ਕਹਿੰਦੇ ਕੀ ਗੱਲ ਮੈਂ ਦੇਖ ਰਿਹਾ ਤੂੰ ਕਾਫੀ ਦਿਨਾਂ ਤੋਂ ਪਰੇਸ਼ਾਨ ਲੱਗ ਰਹੀ ਹੈ, ਮੇਰੇ ਕੋਲ ਬੈਠ, ਆ ਮੇਰੇ ਕੋਲ ਬੈਠ ਮੇਰੇ ਸਰੂਪ ਦੇ ਸਾਹਮਣੇ ਤੇ ਮੈਨੂੰ ਦੱਸ ਤੈਨੂੰ ਕੀ ਪ੍ਰੋਬਲਮ ਹੈ। ਸੋ ਮੈਨੂੰ ਦੱਸਣ ਦੀ ਤਾਂ ਕੋਈ ਲੋੜ ਨਹੀਂ ਹੈ ਗੁਰੂ ਜੀ, ਇਹ ਤਾਂ ਆਪਾਂ ਨੂੰ ਪਤਾ ਕਿ ਗੁਰੂ ਜੀ ਸਭ ਜਾਣੇ ਜਾਣਦੇ, ਸਾਡੇ ਪਿਛਲੇ ਜਨਮਾਂ ਦਾ, ਅਗਲੇ ਜਨਮਾਂ ਦਾ ਸਭ ਪਤਾ ਉਹਨਾਂ ਨੂੰ। ਔਰ ਗੁਰੂ ਜੀ ਕਹਿੰਦੇ ਵੀ ਨੇ ਕਿ ਜੋ ਤੇਰੀ ਲਾਈਫ 'ਚੋਂ ਮੈਂ ਕੱਢਿਆ, ਜਿਸ ਨੂੰ ਵੀ ਕੱਢਿਆ ਉਹ ਤੇਰੇ ਲਾਇਕ ਹੀ ਨਹੀਂ ਸੀ, ਤਾਂ ਤੈਨੂੰ ਉਹਨਾਂ ਲੋਕਾਂ ਦੇ ਪਿੱਛੇ ਰੋਣ ਦੀ ਕੋਈ ਲੋੜ ਨਹੀਂ ਹੈ। ਤੂੰ ਇਕੱਲੀ ਹੈ ਇਹ ਨਾ ਸਮਝ, ਤੇਰੇ ਨਾਲ ਮੈਂ ਹਾਂ। ਅਗਰ ਤੈਨੂੰ ਸਭ ਨੇ ਇਕੱਲਿਆਂ ਛੱਡ ਦਿੱਤਾ ਤਾਂ ਤੂੰ ਫਿਕਰ ਨਾ ਕਰ, ਤੂੰ ਟੈਨਸ਼ਨ ਨਾ ਲੈ, ਤੇਰਾ ਪਿਓ ਤੇਰੇ ਨਾਲ ਖੜਾ ਹੈ। ਜਦੋਂ ਵੀ ਤੂੰ ਮੈਨੂੰ ਬੁਲਾਏਂਗੀ ਮੈਂ ਤੇਰੇ ਕੋਲ ਆਵਾਂਗਾ। ਸੋ ਮਾਫ਼ ਕਰਨਾ ਗੁਰੂ ਜੀ, ਮੈਨੂੰ ਯਾਦ ਹੈ, ਮੈਨੂੰ ਹਰ ਪਲ ਅਹਿਸਾਸ ਹੁੰਦਾ ਕਿ ਤੁਸੀਂ ਮੇਰੇ ਨਾਲ ਹੀ ਹੋ, ਬਟ ਇੱਕ ਇਨਸਾਨੀ ਰੂਪ ਦੇ ਵਿੱਚ ਪਤਾ ਨਹੀਂ ਕਿਉਂ ਟੈਨਸ਼ਨਾਂ ਬਾਰ-ਬਾਰ ਨੈਗੇਟਿਵਿਟੀ ਘੇਰ ਲੈਂਦੀ ਹੈ। ਸੋ ਕਾਫੀ ਮਹੀਨਿਆਂ ਤੋਂ ਮੈਨੂੰ ਨੈਗੇਟਿਵਿਟੀ ਨੇ ਬਹੁਤ ਘੇਰਿਆ ਹੋਇਆ। ਮੈਂ ਨਾ ਚਾਹੁੰਦਿਆਂ ਹੋਇਆਂ ਵੀ ਪਤਾ ਨਹੀਂ ਕਿਉਂ ਸਾਰਾ ਦਿਨ ਬਹੁਤ ਉਦਾਸ ਮਨ, ਅਤੇ ਕਦੀ ਮੋਰਨਿੰਗ ਟਾਈਮ, ਕਦੀ ਈਵਨਿੰਗ ਟਾਈਮ, ਮਤਲਬ ਡੇ ਟਾਈਮ, ਕਦੋਂ ਵੀ ਜਦੋਂ ਵੀ ਮੈਂ ਇਕੱਲੀ ਖੜੀ ਹੁੰਦੀ ਹਾਂ, ਇਕੱਲੀ ਹੁੰਦੀ ਆਲਮੋਸਟ ਮੈਂ ਦਿਨ 'ਚ, ਤਾਂ ਮੇਰੇ ਅੱਖਾਂ 'ਚੋਂ ਪਾਣੀ ਵਹਿਣ ਲੱਗ ਜਾਂਦਾ ਹੈ। ਪਤਾ ਨਹੀਂ ਕਿਉਂ ਇੰਨੀ ਕੁ ਜ਼ਿਆਦਾ ਇਮੋਸ਼ਨਲ ਹੋ ਜਾਂਦੀ ਹਾਂ, ਅਤੇ ਮੈਨੂੰ ਨਹੀਂ ਪਤਾ ਇਹ ਚੀਜ਼ ਕਿਉਂ ਮੈਨੂੰ ਬਾਰ-ਬਾਰ ਨੈਗੇਟਿਵਿਟੀ ਘੇਰ ਲੈਂਦੀ ਹੈ। ਸੋ ਗੁਰੂ ਜੀ ਅੱਗੇ ਹੀ ਅਰਦਾਸ ਹੈ ਕਿ ਗੁਰੂ ਜੀ ਹੀ ਆਪਣੇ ਆਪ ਸੈੱਟ ਕਰਨਗੇ। ਗੁਰੂ ਜੀ ਕਹਿੰਦੇ ਵੀ ਨੇ ਕਿ ਤੂੰ ਟੈਨਸ਼ਨ ਨਾ ਲੈ, ਤੇਰੇ ਮੈਂ ਸਾਰੇ ਜਨਮਾਂ ਦੇ ਪਾਪ ਕੱਟ ਦਿੱਤੇ ਨੇ, ਸਾਰੀਆਂ ਗਲਤੀਆਂ ਤੇਰੀਆਂ ਮਾਫ਼ ਕਰ ਦਿੱਤੀਆਂ ਨੇ, ਤੇਰੇ ਕਰਮਾਂ ਦਾ ਫਲ ਜੋ ਤੂੰ ਅੱਛੇ ਕਰਮ ਇਸ ਜਨਮ 'ਚ ਕੀਤੇ ਨੇ ਉਹ ਤੈਨੂੰ ਮਿਲਣਗੇ। ਹੁਣ ਉਹਦਾ ਰਿਵਾਰਡ ਮਿਲਣ ਦਾ ਟਾਈਮ ਆ ਗਿਆ ਹੈ। ਤੈਨੂੰ ਹੁਣ ਦੁਨੀਆ ਦਿਖੇਗੀ, ਤੂੰ ਪਿੱਛੇ ਮੁੜ ਕੇ ਨਾ ਦੇਖ। ਜੋ ਤੇਰੀ ਲਾਈਫ 'ਚੋਂ ਚਲਾ ਗਿਆ, ਜੋ ਪਲ ਤੈਨੂੰ ਲੱਗਦੇ ਸੀ ਬਹੁਤ ਪਿਆਰੇ ਨੇ ਪਰ ਉਹ ਤੇਰੇ ਲਾਇਕ ਨਹੀਂ ਸੀ, ਉਹ ਚਲੇ ਗਏ, ਉਹ ਗੁਜ਼ਰ ਗਏ, ਉਹਨਾਂ ਨੂੰ ਯਾਦ ਨਾ ਕਰ। ਸੋ ਬਹੁਤ ਬਹੁਤ ਸ਼ੁਕਰਾਨਾ ਮੇਰੇ ਗੁਰੂ ਪਾ। ਸੰਗਤ ਜੀ, ਗੁਰੂ ਜੀ ਦਾ ਮੈਸੇਜ ਮੈਨੂੰ ਆ ਰਿਹਾ ਸੀ। ਉਹ ਐਕਚੁਅਲੀ ਗੁਰੂ ਜੀ ਦਾ ਮੈਸੇਜ ਉੱਦਾਂ ਇਹ ਹੈ ਕਿ ਗਾਈਡੈਂਸ ਤਾਂ ਆਪਾਂ ਨੂੰ ਹਮੇਸ਼ਾ ਦਿੰਦੇ ਨੇ। ਮੈਨੂੰ ਬਹੁਤ ਦੇਰ ਤੋਂ ਦੱਸ ਵੀ ਰਹੇ ਸੀ, ਹਿੰਟ ਵੀ ਦੇ ਰਹੇ ਸੀ। ਮੈਂ ਪਿਛਲੇ ਵੀ ਸਤਸੰਗ ਦੇ ਵਿੱਚ ਸ਼ੇਅਰ ਕੀਤਾ, ਬਹੁਤ ਵਾਰ ਆਪਾਂ ਨੂੰ ਹਿੰਟ ਮਿਲਦਾ ਹੈ ਕਿ ਕੌਣ ਹੈ ਜੋ ਤੁਹਾਡੀ ਲਾਈਫ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦਾ, ਕੌਣ ਪੁੱਠੀਆਂ ਸਿੱਧੀਆਂ ਹਰਕਤਾਂ ਕਰਦਾ ਹੈ। ਉਹ ਹਿੰਟ ਤਾਂ ਮੈਨੂੰ ਬਹੁਤ ਵਾਰ ਦਿੱਤੇ ਗੁਰੂ ਜੀ ਨੇ। ਸੋ ਹੋਇਆ ਇੱਦਾਂ ਕਿ ਮੈਨੂੰ ਮੇਰੇ ਨਾਮ ਤਾਂ ਮੈਂ ਕੀ ਲਵਾਂ, ਖੈਰ ਪਤਾ ਹੀ ਹੈ, ਮੈਂ ਪਿਛਲੇ ਸਤਸੰਗ 'ਚ ਵੀ ਸ਼ੇਅਰ ਕੀਤਾ ਸੀ। ਮੇਰੀ ਮਦਰ ਇਨ ਲੋ, ਉਹਨਾਂ ਨੇ ਮੈਨੂੰ ਐਪਲ ਦਿੱਤਾ। ਹਾਲਾਂਕਿ ਮੈਨੂੰ ਕਦੀ ਵੀ ਨਹੀਂ ਇੱਦਾਂ ਪਏ ਹੁੰਦੇ, ਮੈਂ ਕੋਈ ਚੀਜ਼ ਲੁਕੋ ਕੇ ਤਾਂ ਰੱਖਦੀ ਨਹੀਂ, ਅਤੇ ਮੈਨੂੰ ਦਿੱਤਾ ਕਿ ਉੱਪਰ ਰੱਖਿਆ ਹੋਇਆ ਸੀ ਐਪਲ। ਕਾਫੀ ਦੇਰ ਤੋਂ ਮੇਰੇ ਹਸਬੈਂਡ ਖੁੱਲ੍ਹਾ ਲਿਆਂਦੇ ਨੇ ਚੀਜ਼, ਉਹ ਖ਼ਤਮ ਹੋ ਗਏ ਸੀ। ਉਹ ਇੱਕ ਸਿੰਗਲ ਮੈਨੂੰ ਉਹਨੇ ਦਿੱਤਾ ਕਿ ਇਹ ਉੱਪਰ ਰੱਖਿਆ ਹੋਇਆ ਸੀ, ਤਾਂ ਮੈਂ ਖਾਇਆ ਨਹੀਂ, ਤਾਂ ਤੂੰ ਕੱਟ ਕੇ ਲੈ ਲਈ, ਨਾਲੇ ਉਹਨੂੰ ਦੇ ਦੀ ਹਿਮਾਕਸ਼ ਨੂੰ। ਹਿਮਾਕਸ਼ ਮੇਰੇ ਬੇਟੇ ਦਾ ਨਾਮ ਹੈ। ਸੋ ਸੰਗਤ ਜੀ, ਜਦੋਂ ਹੀ ਮੈਨੂੰ ਦਿੱਤਾ, ਮੈਂ ਐਕਚੁਅਲੀ ਗੁਰੂ ਜੀ ਨੇ ਪਹਿਲਾਂ ਹੀ ਮੈਨੂੰ ਹਿੰਟ ਦਿੱਤੇ ਹੋਏ ਨੇ, ਲਾਈਵ ਵੀ ਮੈਨੂੰ ਦਿਖਾਇਆ ਹੋਇਆ ਕਿ ਕੀ ਹੈ। ਤਾਂ ਸੋ ਮੈਂ ਥੋੜ੍ਹਾ ਜਿਹਾ ਅਲਰਟ ਹੋ ਕੇ ਚੱਲਦੀ ਹੈ, ਤਾਂ ਮੈਂ ਉਹ ਨਹੀਂ ਖਾਇਆ। ਤਾਂ ਉਸੇ ਹੀ ਦਿਨ ਮੈਨੂੰ ਗੁਰੂ ਜੀ ਨੇ ਇੱਕ ਸਤਸੰਗ ਸੁਣਵਾਇਆ, ਉਹਦਾ ਹੈਡਿੰਗ ਸੀ
ਕਿ ਮੈਂ ਤੈਨੂੰ ਬਹੁਤ ਵਾਰ ਇਸ਼ਾਰੇ ਦੇ ਚੁੱਕੀ ਹਾਂ, ਤੂੰ ਸਮਝ। ਜਦੋਂ ਮੈਂ ਉਹ ਸਤਸੰਗ ਸੁਣਿਆ ਤਾਂ ਉਹਦੇ ਵਿੱਚ ਸਤਸੰਗ 'ਚ ਸੰਗਤ ਜੀ ਉਹੀ ਚੀਜ਼ਾਂ ਸੀ ਕਿ ਤੁਹਾਡੇ ਤੇ ਬਲੈਕ ਮੈਜਿਕ ਕਿੱਦਾਂ ਕਿੱਦਾਂ ਲੋਕੀ ਕਰਦੇ ਨੇ। ਉਹਦੇ ਵਿੱਚ ਇਹ ਵੀ ਦੱਸਿਆ ਹੋਇਆ ਸੀ ਕਿ ਫਰੂਟ, ਉਹਦੇ ਵਿੱਚ ਸਤਸੰਗ 'ਚ ਜੋ ਆਂਟੀ ਜੀ ਨੇ ਦੱਸਿਆ ਹੋਇਆ ਕਿ ਉਹਨਾਂ ਦੇ ਘਰ ਦੇ ਅੱਗੇ ਕਦੇ ਫਰੂਟ ਹੁੰਦਾ ਸੀ, ਕਦੇ ਕੋਈ ਡਰਾਈ ਫਰੂਟ ਥੋੜ੍ਹਾ ਥੋੜ੍ਹਾ ਪਿਆ ਹੋਣਾ, ਮੱਠੀ ਪਈ ਹੋਣੀ। ਤਾਂ ਉਹਨੇ ਇੱਕ ਹੋਰ ਦੱਸਿਆ ਕਿ ਜੇ ਕਿਸੇ ਨੇ ਬਹੁਤ ਹੀ ਸਖਤ ਜਿਹੜਾ ਬਲੈਕ ਮੈਜਿਕ ਕਰਦੇ ਨੇ, ਉਹ ਕਰਦੇ ਨੇ ਜਿਵੇਂ ਸੈਨੇਟਰੀ ਪੈਡਸ ਯੂਜ਼ਡ, ਉਹ ਇੱਕ ਪੈਕਟ ਬਣਾ ਕੇ ਯੂਜ਼ਡ ਸੈਨੇਟਰੀ ਪੈਡਸ ਉਹਨਾਂ ਦੇ ਰੂਮ ਦੇ ਅੱਗੇ, ਉਹਨਾਂ ਦੇ ਘਰ ਦੇ ਅੱਗੇ ਰੱਖੇ ਹੋਏ ਸੀ। ਸੋ ਇਹ ਚੀਜ਼ਾਂ ਗੁਰੂ ਜੀ ਨੇ ਮੈਨੂੰ ਸੁਣਵਾਈਆਂ ਕਿ ਤੇਰੇ ਤੇ ਬਲੈਕ ਮੈਜਿਕ ਬਾਰ-ਬਾਰ ਕਰ ਰਹੇ ਨੇ, ਮਾਰ ਗਿਰਿਆ, ਔਰ ਤੁਹਾਡੀ ਹਸਬੈਂਡ ਵਾਈਫ ਦੇ ਵਿੱਚ ਬਣੇ ਇਹ ਚੀਜ਼ ਦੇਖ ਕੇ ਉਹ ਖੁਸ਼ ਨਹੀਂ ਹੈ। ਵਾਰ-ਵਾਰ ਮੈਨੂੰ ਹਿੰਟ ਵੀ ਦਿੰਦੇ ਨੇ ਸਤਸੰਗ ਦੇ ਵਿੱਚ ਕਿ ਇੱਕ ਵੱਡੀ ਉਮਰ ਦੀ ਲੇਡੀ ਹੈ ਜੋ ਬਹੁਤ ਜਲਦੀ ਹੈ ਤੇਰੇ ਤੋਂ, ਔਰ ਉਹ ਚਾਹੁੰਦੀ ਹੈ ਕਿ ਤੈਨੂੰ ਰਸਤੇ ਤੋਂ ਹਟਾ ਦਿੱਤਾ ਜਾਵੇ। ਸੋ ਗੁਰੂ ਜੀ, ਇਹ ਤਾਂ ਤੁਸੀਂ ਬਾਰ-ਬਾਰ ਕਹਿੰਦੇ ਹੋ ਕਿ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਸੋ ਉਹਨਾਂ ਦੀ ਮੈਨੂੰ ਟੈਨਸ਼ਨ ਨਹੀਂ ਹੈ। ਸੋ ਉਹ ਤੁਸੀਂ ਹੀ ਕਰਨਾ ਹੈ, ਜੋ ਕਰਨਾ। ਉਹਨਾਂ ਦਾ ਦਿਮਾਗ ਠਿਕਾਣੇ ਲਿਆਉਣਾ ਤੁਹਾਡਾ ਹੀ ਕੰਮ ਹੈ। ਇਹ ਮੈਨੂੰ ਪਹਿਲਾਂ ਥੋੜ੍ਹੀ ਥੋੜ੍ਹੀ ਪਤਾ ਸੀ, ਲੇਕਿਨ ਤੁਸੀਂ ਜਦੋਂ ਦਾ ਡ੍ਰੀਮਸ ਦੇ ਵਿੱਚ ਦਿਖਾਇਆ ਅਤੇ ਲਾਈਵ ਵੀ ਮੈਨੂੰ ਦਿਖਾਇਆ ਕਿ ਉਹ ਲੇਡੀਜ਼ ਕਿੱਦਾਂ ਕਿੱਦਾਂ ਦੋਨੋਂ ਮਾਵਾਂ ਦੀਆਂ ਰਲ ਕੇ ਮੇਰੇ ਅਗੇਂਸਟ ਕਰਦੀਆਂ ਨੇ। ਸੋ ਇੱਕ ਸੰਗਤ ਜੀ ਮੈਨੂੰ ਹੋਰ ਵੀ ਬਲੈਕ ਮੈਜਿਕ ਦਾ ਗੁਰੂ ਜੀ ਨੇ ਸੁਣਵਾਇਆ। ਬਾਰ-ਬਾਰ ਆ ਰਿਹਾ ਸੀ ਇਹੀ ਚੀਜ਼ ਕਿ ਬੜੀ ਉਮਰ ਦੀ ਲੇਡੀ ਹੈ, ਉਸਨੇ ਇੱਕ ਤੇਰੇ ਨਾਮ ਦੀ ਡੋਲ ਬਣਾਈ ਹੋਈ ਹੈ। ਉਸ ਡੋਲ ਤੇ ਤੇਰੀ ਪਿਕਚਰ ਲਗਾ ਕੇ ਉਹਦੇ ਤੇ ਗਲਤ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ। ਸੋ ਸੰਗਤ ਜੀ ਮੈਨੂੰ ਕਲੀਅਰ, ਇਹ ਤਾਂ ਰੱਬ ਨੂੰ ਪਤਾ ਹੈ, ਪਰ ਇਹ ਚੀਜ਼ ਮੈਂ ਅੱਖੀਂ ਦੇਖਿਆ। ਡੋਲ ਤਾਂ ਨਹੀਂ ਦੇਖੀ, ਲੇਕਿਨ ਮੇਰੀ, ਜਿੱਦਾਂ ਮੈਂ ਪਹਿਲਾਂ ਵੀ ਸਤਸੰਗ ਦੇ ਵਿੱਚ ਸ਼ੇਅਰ ਕੀਤਾ ਕਿ ਮੇਰੀ ਪਾਸਪੋਰਟ ਸਾਈਜ਼ ਸਨੈਪ ਨੀਚੇ ਜਦੋਂ ਮੈਂ ਗੁਰੂ ਜੀ ਨੇ ਸਫਾਈਆਂ ਕਰਵਾਈਆਂ ਤਾਂ ਉਹ ਅਲਮੀਰਾ ਦੇ ਵਿੱਚ ਮਿਲੀ, ਔਰ ਉਹ ਜਦੋਂ ਲਾਈਵ ਗੁਰੂ ਜੀ ਨੇ ਉਹਨਾਂ ਦਾ ਚਿਹਰਾ ਮੈਨੂੰ ਦਿਖਾਇਆ ਤਾਂ ਉਹ ਕੁਛ ਕਰ ਰਹੇ ਸੀ। ਮੇਰੀ ਸੱਸ ਖੜੀ ਹੋਈ ਸੀ, ਔਰ ਮੇਰੀ ਜੋ ਨਣਦ ਹੈ ਉਹ ਲੋਕਲ ਹੀ ਹੈ, ਮੈਰਿਡ ਹੈ, ਉਹ ਰੂਮ ਦੇ ਵਿੱਚ ਕੁਝ ਕਰ ਰਹੀ ਸੀ। ਤਾਂ ਹੁਣ ਮੈਨੂੰ ਨਹੀਂ ਪਤਾ ਕੀ ਕਰ ਰਹੇ ਸੀ। ਜਦੋਂ ਹੀ ਮੈਂ ਗਈ ਤਾਂ ਉਹਨਾਂ ਨੇ ਮਤਲਬ ਮੈਨੂੰ ਆਵਾਜ਼ ਸੁਣ ਗਈ ਕਿ ਉਹਨੇ ਭੱਜ ਕੇ ਮੇਰੀ ਸੱਸ ਅੰਦਰ ਗਈ ਕਿ ਉਹ ਆ ਗਈ ਇੱਦਾਂ ਕੁਝ ਕਿਹਾ। ਸੋ ਇਹ ਚੀਜ਼ਾਂ ਹੋ ਰਹੀਆਂ ਨੇ ਤਾਂ ਇਹ ਗੁਰੂ ਜੀ ਨੂੰ ਹੀ ਪਤਾ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾਦ, ਤੁਸੀਂ ਸਾਨੂੰ ਅਲਰਟ ਕਰ ਰਹੇ ਹੋ, ਮਤਲਬ ਤੁਹਾਨੂੰ ਕਲੈਰਿਟੀ ਦੇ ਦਿੱਤੀ ਕਿ ਕੀ ਚੀਜ਼ਾਂ ਹੋ ਰਹੀਆਂ ਨੇ। ਗੁਰੂ ਜੀ ਨੇ ਮਤਲਬ ਸੰਗਤ ਜੀ ਮੈਨੂੰ ਬਾਰ-ਬਾਰ ਮੈਸੇਜ ਵੀ ਆ ਰਹੇ ਨੇ। ਇੱਕ ਸ਼ਿਵ ਜੀ ਮਹਾਰਾਜ ਜੀ ਦੇ ਮੈਸੇਜ ਵੀ, ਵੈਸੇ ਤਾਂ ਗੁਰੂ ਜੀ ਹੀ ਸ਼ਿਵ ਰੂਪ ਨੇ, ਸ਼ਿਵ ਜੀ ਨੇ। ਸੋ ਇੱਕ ਅਲੱਗ ਤੋਂ ਚੈਨਲ ਤੋਂ ਵੀ ਆਉਂਦਾ, ਉਹਦੇ 'ਚ ਵੀ ਇਹੀ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ। ਇੱਕ ਕੈਂਚੀ ਧਾਮ ਵਾਲੇ ਬਾਬਾ ਜੀ, ਉਹਨਾਂ ਦਾ ਵੀ ਇਹੀ ਹੈ। ਨੀਮ ਕਰੋਲੀ ਬਾਬਾ ਜੀ ਦਾ ਵੀ ਮੈਸੇਜ ਸੇਮ ਹੀ ਆਉਂਦਾ ਕਿ ਤੂੰ ਇਹ ਨਾ ਸੋਚ ਕਿ ਤੈਨੂੰ ਤੋੜਿਆ ਗਿਆ, ਤੈਨੂੰ ਮਜ਼ਬੂਤ ਬਣਾਉਣ ਦੇ ਲਈ ਤੋੜਿਆ ਗਿਆ। ਜੋ ਵੀ ਤੇਰੀ ਲਾਈਫ 'ਚ ਹੋਇਆ, ਸ਼ਿਵ ਜਦੋਂ ਕਿਸੇ ਨੂੰ, ਆਪਣੇ ਸੱਚੇ ਭਗਤ ਨੂੰ ਬਚਾਉਣਾ ਚਾਹੁੰਦੇ ਨੇ ਤਾਂ ਉਹ ਉਸ ਚੀਜ਼ ਤੋਂ ਹਟਾਉਂਦੇ ਨੇ ਤੁਹਾਨੂੰ, ਜੋ ਤੁਹਾਨੂੰ ਸਭ ਤੋਂ ਪਿਆਰੀ ਹੁੰਦੀ ਹੈ। ਤੁਹਾਨੂੰ ਲੱਗਦਾ ਜ਼ਰੂਰ ਹੈ ਕਿ ਸਾਨੂੰ ਤੋੜਿਆ ਗਿਆ, ਲੇਕਿਨ ਸ਼ਿਵ ਹਮੇਸ਼ਾ ਪਹਿਲਾਂ ਤੋੜਦਾ ਹੈ ਤੇ ਫਿਰ ਉਹਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਮਜ਼ਬੂਤੀ ਪ੍ਰਦਾਨ ਕਰਦਾ ਹੈ। ਸੋ ਇਹ ਮੇਰੇ ਨਾਲ ਲਾਈਫ 'ਚ ਹੋਇਆ। ਸੋ ਮੈਨੂੰ ਪਹਿਲਾਂ ਨਹੀਂ ਸੀ ਪਤਾ, ਬਹੁਤ ਮੈਂ ਅਪਸੈਟ ਰਹੀ ਹਾਂ। ਆਪਣੀ ਲਾਈਫ ਹੁਣ 40+ ਹੋ ਗਈ ਹਾਂ, ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਅਪਸੈਟ ਰਹੀ ਹਾਂ। ਸੋ ਇਹ ਗੁਰੂ ਜੀ ਦੀ ਹੀ ਕਿਰਪਾ। ਗੁਰੂ ਜੀ ਕਹਿੰਦੇ ਵੀ ਨੇ ਕਿ ਤੈਨੂੰ ਤੇ ਤੇਰੇ ਹਸਬੈਂਡ ਨੂੰ ਮੈਂ ਹੀ ਮਿਲਾਇਆ, ਤੂੰ ਮੇਰੀ ਹੀ ਕਿਰਪਾ ਦੇ ਨਾਲ, ਮੇਰੇ ਹੀ ਕਹਿਣ 'ਤੇ ਇਹ ਤੇਰੀ ਲਾਈਫ ਦੇ ਵਿੱਚ ਆਇਆ। ਸੋ ਮੇਰੇ ਹਸਬੈਂਡ ਬਹੁਤ ਹੀ ਨਾਈਸ ਨੇ, ਥੋੜ੍ਹੇ ਗੁੱਸੇ ਵਾਲੇ ਜ਼ਰੂਰ ਨੇ, ਲੇਕਿਨ ਉਹ ਵੀ ਟੈਨਸ਼ਨਾਂ ਦੇ ਮਾਰੇ ਹੋਏ, ਜਿੱਦਾਂ ਆਪਾਂ ਨੂੰ ਪਤਾ ਹੈ। ਪਰ ਉਹਨਾਂ ਨੇ ਮੇਰੀ ਸਾਰੀ ਲਾਈਫ ਦੀ ਹਿਸਟਰੀ ਜਾਣਨ ਦੇ ਬਾਵਜੂਦ ਵੀ ਉਹਨਾਂ ਨੇ ਮੇਰਾ ਇੰਨਾ ਕੁ ਸਾਥ ਦਿੱਤਾ,
ਹੁਣ ਵੀ ਦਿੰਦੇ ਨੇ। ਇੱਕ ਰੱਬ ਦੀ ਕਿਰਪਾ ਹੈ, ਉਹਨਾਂ ਨੂੰ ਮੈਨੂੰ ਨਹੀਂ ਪਤਾ ਫਿਊਚਰ ਕਿੱਦਾਂ ਪਤਾ ਹੁੰਦਾ ਹੈ। ਉਹ ਮੈਨੂੰ ਹਰ ਚੀਜ਼ ਤੋਂ ਬਚਾਉਂਦੇ ਨੇ, ਹਰ ਚੀਜ਼ ਤੋਂ ਮੈਨੂੰ ਅਲਰਟ ਕਰ ਦਿੰਦੇ ਨੇ ਪਹਿਲਾਂ ਹੀ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਗੁਰੂ ਜੀ ਕਹਿੰਦੇ ਨੇ ਕਿ ਤੂੰ ਜੋ ਚੀਜ਼ ਤੇਰੇ ਕੋਲ ਨਹੀਂ ਹੈ ਤੂੰ ਉਹਦੇ ਲਈ ਰੋ ਨਾ, ਉਹਦੇ ਲਈ ਤੂੰ ਸ਼ਿਕਾਇਤ ਨਾ ਕਰ। ਜੋ ਚੀਜ਼ ਤੇਰੇ ਕੋਲ ਹੈ ਉਹਦੇ ਲਈ ਤੂੰ ਸ਼ੁਕਰਾਨਾ ਕਰ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਮਾਫ਼ ਕਰਨਾ ਜੇ ਕਿਤੇ ਅਣਜਾਣੇ ਦੇ ਵਿੱਚ ਇਨਸਾਨੀ ਰੂਪ ਦੇ ਵਿੱਚ ਹਾਂ। ਇਨਸਾਨ ਬਹੁਤ ਗਲਤੀਆਂ ਕਰਦੇ ਨੇ, ਮੇਰੇ ਤੋਂ ਵੀ ਹੋ ਜਾਂਦੀਆਂ ਨੇ। ਗੁਰੂ ਜੀ ਕਹਿੰਦੇ ਵੀ ਨੇ ਤੂੰ ਆਪਣੀਆਂ ਗਲਤੀਆਂ ਦੀ ਮਾਫ਼ੀ ਮੰਗ। ਸੋ ਮਾਫ਼ ਕਰਨਾ ਗੁਰੂ ਜੀ, ਮੈਂ ਇਨਸਾਨੀ ਰੂਪ ਦੇ ਵਿੱਚ ਸਮਝ ਨਹੀਂ ਪਾਉਂਦੀ ਤੁਹਾਡੇ ਕ੍ਰਿਸ਼ਮਿਆਂ ਨੂੰ, ਜੋ ਤੁਸੀਂ ਕ੍ਰਿਸ਼ਮੇ ਕਰਦੇ ਹੋ ਸਾਡੇ 'ਤੇ ਆਸ਼ੀਰਵਾਦ ਰੱਖਦੇ ਹੋ, ਸਾਨੂੰ ਬੁਰੀਆਂ ਚੀਜ਼ਾਂ ਤੋਂ ਬਚਾਉਂਦੇ ਹੋ। ਅਸੀਂ ਇਨਸਾਨੀ ਰੂਪ ਦੇ ਵਿੱਚ ਸਮਝ ਲੈਂਦੇ ਹਾਂ ਕਿ ਸ਼ਾਇਦ ਉਹ ਸਾਡੇ ਲਈ ਚੰਗਾ ਹੈ, ਬਟ ਇਹ ਤੁਹਾਨੂੰ ਪਤਾ ਹੈ ਸਾਡੇ ਲਈ ਕੀ ਚੰਗਾ ਹੈ। ਹੁਣ ਮੈਂ ਗੁਰੂ ਜੀ ਦਾ ਬਾਰ-ਬਾਰ ਮੈਸੇਜ ਆਉਂਦਾ ਹੈ ਕਿ ਤੂੰ ਮੰਗ ਕੀ ਮੰਗਣਾ, ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਤੇਰੀ ਭਗਤੀ ਤੋਂ। ਪਰ ਮੈਂ ਹਮੇਸ਼ਾ ਹੀ ਕਹਿੰਦੀ ਕਿ ਗੁਰੂ ਜੀ ਮੈਂ ਇੱਕ ਵਾਰ ਮੰਗਿਆ ਸੀ, ਉਸ ਦੇ ਕਾਰਨ ਮੈਂ ਪੂਰੀ ਜ਼ਿੰਦਗੀ ਆਪਣੀ ਹੁਣ ਤੱਕ ਦੀ ਲਾਈਫ ਬਹੁਤ ਅਪਸੈਟ ਰਹੀ ਹਾਂ। ਉਹ ਮੇਰੇ ਲਈ ਠੀਕ ਨਹੀਂ ਸੀ। ਜੋ ਤੁਹਾਨੂੰ ਪਸੰਦ, ਜੋ ਤੁਹਾਨੂੰ ਪਤਾ ਹੈ ਕਿ ਮੇਰੇ ਲਈ ਕੀ ਠੀਕ ਹੈ, ਤੁਸੀਂ ਮੈਨੂੰ ਉਹੀ ਦਿਓ। ਮੈਂ ਕੋਈ ਚੀਜ਼ ਨਹੀਂ ਮੰਗਾਂਗੀ ਤੁਹਾਡੇ ਤੋਂ। ਖਾਣ ਨੂੰ ਤੁਸੀਂ ਦਿੱਤਾ, ਪਹਿਨਣ ਨੂੰ ਕੱਪੜੇ ਵਧੀਆ ਦਿੱਤੇ, ਹਸਬੈਂਡ ਬਹੁਤ ਵਧੀਆ ਦਿੱਤਾ, ਇਸ ਲਈ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਸੰਗਤ ਜੀ ਇੱਕ ਹੋਰ ਮੈਨੂੰ ਮੈਸੇਜ ਆ ਰਿਹਾ ਸੀ ਬੇਟੇ ਦੇ ਲਈ। ਕਾਫੀ ਦੇਰ ਤੋਂ ਮੈਨੂੰ ਮੈਸੇਜ ਆ ਰਹੇ ਸੀ ਕਿ ਤੇਰੇ ਬੇਟੇ 'ਤੇ ਬਹੁਤ ਵੱਡਾ ਕਸ਼ਟ ਹੈ, ਲੇਕਿਨ ਉਹਨੂੰ ਮੈਂ ਛੋਟੇ ਦੇ ਵਿੱਚ ਟਾਲ ਦਿੱਤਾ, ਉਹਨੂੰ ਮੈਂ ਆਪਣੇ 'ਤੇ ਲੈ ਲਿੱਤਾ। ਪਰ ਫਿਰ ਵੀ ਤੂੰ ਧਿਆਨ ਰੱਖ, ਤੂੰ ਸਮਝਦੀ ਨਹੀਂ ਹੈ। ਸੋ ਸੰਗਤ ਜੀ ਹੋਇਆ ਇੱਦਾਂ ਕਿ ਮੇਰੇ ਬੇਟੇ ਨੂੰ ਥਾਇਰਾਇਡ ਦੀ ਗੋਲੀ ਚੱਲ ਰਹੀ ਹੈ, ਥਾਇਰੋਕਸਨ ਦੀ ਗੋਲੀ ਲੈ ਰਹੇ ਹਾਂ ਹੁਣ ਅਸੀਂ। ਥੋੜ੍ਹਾ ਫਰਕ ਹੈ ਉਹਦੇ ਨਾਲ, ਪਰ ਗੱਲ ਇਹਦਾ ਕਿ ਕਾਫੀ ਦਿਨੋਂ ਤੋਂ ਇੱਕ ਹਫ਼ਤਾ ਹੀ ਹੋ ਗਿਆ, ਉਹਨੂੰ ਰਾਤ ਨੂੰ ਸਾਰਾ ਦਿਨ ਠੀਕ ਰਹਿੰਦਾ ਹੈ, ਰਾਤ ਨੂੰ ਵੀ ਠੀਕ ਰਹਿੰਦਾ ਹੈ। ਉਹ ਅਚਾਨਕ ਰਾਤ ਦੇ 12-1 ਵਜੇ ਦਾ ਟਾਈਮ ਹੁੰਦਾ ਹੈ, ਉਹਦੀ ਬੋਡੀ 'ਤੇ ਖਾਜ ਹੋਣੀ ਸ਼ੁਰੂ ਹੋ ਜਾਂਦੀ ਹੈ। ਬਹੁਤ ਖਾਜ ਹੁੰਦੀ ਹੈ, ਕਦੇ ਪੈਰਾਂ 'ਤੇ, ਮਤਲਬ ਪੂਰੇ ਸਿਰ ਤੋਂ ਲੈ ਕੇ ਪੈਰਾਂ ਤੱਕ। ਇਹ ਹੁਣ ਟਾਈਮਿੰਗ ਉਹੀ ਹੈ, ਕਿਉਂਕਿ ਮੇਰੇ ਨਾਲ ਵੀ ਐਕਸਪੀਰੀਅੰਸ ਮੈਂ ਕਰ ਚੁੱਕੀ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਸਤਸੰਗ ਦੇ ਵਿੱਚ ਸ਼ੇਅਰ ਕੀਤਾ ਕਿ ਹੁਣ ਮੈਨੂੰ ਸਮਝ ਆ ਰਹੀਆਂ ਨੇ ਗੱਲਾਂ, ਕਿਉਂਕਿ 2006-07 ਦੀ ਗੱਲ ਹੈ। ਮੈਂ ਹੋਸਟਲ 'ਚ ਸੀ, ਮੇਰੇ ਵੀ ਇੱਦਾਂ ਹੀ ਹੁੰਦਾ ਸੀ, 1:30 ਤੋਂ 2 ਦੇ ਵਿੱਚ ਸ਼ੁਰੂ ਹੁੰਦਾ ਔਰ 3-4 ਵੱਜ ਜਾਂਦੇ ਸੁਬਾਹ ਦੇ। ਕੋਲਡ ਦਾ ਅਟੈਕ ਹੁੰਦਾ ਸੀ ਔਰ ਜਲਨ, ਖਾਜ ਬਹੁਤ ਹੁੰਦੀ ਸੀ ਮੇਰੇ ਗਲੇ ਦੇ ਵਿੱਚ, ਔਰ ਨੱਕ ਬੰਦ ਹੋ ਜਾਂਦਾ ਸੀ ਮੇਰਾ ਬੁਰੀ ਤਰ੍ਹਾਂ ਨਾਲ, ਸਾਹ ਨਹੀਂ ਸੀ ਆਉਂਦਾ। ਸੋ ਇਹ ਚੀਜ਼ਾਂ ਵੀ ਗੁਰੂ ਜੀ ਨੇ ਦੱਸਿਆ ਕਿ ਬਹੁਤ ਭਾਰੀ ਬਲੈਕ ਮੈਜਿਕ ਸੀ, ਮਾਰਨ ਗਿਰਿਆ ਸੀ। ਸੋ ਇੱਦਾਂ ਹੀ ਬੇਟੇ ਨਾਲ ਵੀ ਹੁਣ ਉਹੀ ਟਾਈਮ ਮੈਂ ਚੈੱਕ ਕਰਦੀ ਹਾਂ, 12-1 ਦਾ ਟਾਈਮ ਹੁੰਦਾ। ਸੋ ਖਾਜ ਹੁੰਦੀ ਹੈ, ਲੇਕਿਨ ਗੁਰੂ ਜੀ ਨੇ ਮੈਨੂੰ ਮੈਸੇਜ ਦਿੱਤਾ ਕਿ ਤੂੰ ਜਲ ਪ੍ਰਸ਼ਾਦ ਆਪਣੇ ਬਲੈਸ ਕਰਵਾ ਕੇ ਇੱਕ ਤਾਂ ਅੱਖਾਂ ਦੇ ਵਿੱਚ ਪਾ, ਇੱਕ ਤੂੰ ਹਰ ਜਗ੍ਹਾ ਆਪਣੇ ਸਪਰੇਅ ਕਰਿਆ ਕਰ ਦਰਵਾਜ਼ੇ 'ਤੇ ਉੱਠਦੇ। ਸੋ ਉਹ ਮੈਂ ਕਰਦੀ ਹਾਂ, ਹੁਣ ਸ਼ੁਰੂ ਕੀਤਾ। ਸੋ ਸ਼ੁਕਰਾਨਾ ਗੁਰੂ ਪਾ, ਤੁਸੀਂ ਸਾਨੂੰ, ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਲਾਈਫ ਦੇ ਵਿੱਚ, ਇਹ ਤੁਹਾਨੂੰ ਪਤਾ ਹੈ, ਤੁਸੀਂ ਹੀ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਾਉਣਾ ਹੈ। ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ, ਤੁਸੀਂ ਬਾਕੀ ਜਿੰਨਾ ਗਾਈਡ ਕਰਦੇ ਹੋ, ਜਿਵੇਂ ਜਿਵੇਂ ਸਾਨੂੰ ਸਮਝਾਉਂਦੇ ਹੋ, ਉਸ ਲਈ ਬਹੁਤ ਬਹੁਤ ਸ਼ੁਕਰਾਨਾ। ਹੁਣ ਬੇਟੇ ਦੀ ਸਿਹਤ ਤੁਹਾਡੇ ਹੱਥ ਵਿੱਚ ਹੈ। ਉਹਨੂੰ ਕਹਿੰਦੇ ਵੀ ਨੇ ਗੁਰੂ ਜੀ ਕਿ ਉਹਨੂੰ ਮੈਂ ਬਲੈਸ ਕਰ ਦਿੱਤਾ, ਉਹਦੇ ਤੋਂ ਸਿਹਤ ਦਾ ਫਿਕਰ ਨਾ ਕਰ, ਤੂੰ ਬਸ ਧਿਆਨ ਰੱਖ, ਤੂੰ ਹਰ ਚੀਜ਼ ਨੂੰ ਸਮਝ, ਤੂੰ ਬਹੁਤ ਭੋਲੀ ਹੈ, ਤੂੰ ਲੋਕਾਂ ਦੀਆਂ ਚਲਾਕੀਆਂ ਨਹੀਂ ਸਮਝਦੀ। ਪਰ ਗੁਰੂ ਜੀ, ਕਰਨ ਕਰਾਉਣ ਵਾਲੇ ਤੁਸੀਂ ਬੈਠੇ ਹੋ। ਭੋਲੇਨਾਥ ਸਾਨੂੰ ਭੋਲੇ ਇਨਸਾਨਾਂ ਨੂੰ ਬਖਸ਼ਣ ਵਾਲੇ, ਸਾਡੀਆਂ ਗਲਤੀਆਂ ਬਖਸ਼ਣ ਵਾਲੇ, ਸਾਨੂੰ ਗਾਈਡ ਕਰਨ ਵਾਲੇ। ਸੋ ਮੈਨੂੰ ਹੁਣ ਡਰ ਨਹੀਂ ਹੈ। ਪਹਿਲਾਂ ਮੈਨੂੰ ਸਮਝ ਨਹੀਂ ਸੀ, ਪਤਾ ਨਹੀਂ ਸੀ ਇਹਨਾਂ ਚੀਜ਼ਾਂ ਦਾ, ਹੁਣ ਪਤਾ ਹੈ। ਲੇਕਿਨ ਹੁਣ ਤੁਸੀਂ, ਤੁਹਾਡੇ 'ਤੇ ਮੈਨੂੰ ਬਹੁਤ ਵਿਸ਼ਵਾਸ ਹੈ ਕਿ ਇਸ ਬੱਚੀ ਨੂੰ ਜਿੱਦਾਂ ਤੁਸੀਂ ਪਹਿਲਾਂ ਬਚਪਨ ਤੋਂ ਸੰਭਾਲਦੇ ਆ ਰਹੇ ਹੋ, ਅੱਗੇ ਵੀ ਇੱਦਾਂ ਹੀ ਸੰਭਾਲੂੰਗੀ। ਹੁਣ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ, ਬਹੁਤ ਬਹੁਤ ਸ਼ੁਕਰਾਨਾ, ਬਹੁਤ ਬਹੁਤ ਸ਼ੁਕਰਾਨਾ ਸੰਗਤ ਜੀ, ਮੇਰਾ ਸਤਸੰਗ ਸੁਣਨ ਦੇ ਲਈ ਅਤੇ ਸ਼ੇਅਰ ਕਰਨ ਦੇ ਲਈ,
आंटी जी, रूहानी आंटी जी। सो मैं मंत्र जाप करनी हाँ ते अपने सत्संग नूं इत्थे ही विराम लानी है। ਅੱਗੇ ਫਿਰ ਐਕਸਪੀਰੀਅੰਸਸ ਸ਼ੇਅਰ ਕਰਾਂਗੀ ਜਦੋਂ ਗੁਰੂ ਜੀ ਦੀ ਕਿਰਪਾ ਹੋਈ। ਓਮ ਨਮः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, जय संगत जी, जय गुरु जी संगत जी। शुक्राना 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 मेरे गुरु पर। जय गुरु जी संगत जी। अब अगला सत्संग जो हम आपके साथ शेयर करने जा रहे हैं, ये गुरु जी की ब्लेस्ड संगत द्वारा शेयर किया गया है। तो आइए हम इसको उन्हीं की आवाज में सुनते हैं। जय गुरु जी, शुक्राना। जय गुरु जी, शुक्राना गुरु जी। हर पल, हर श्वास, हर क्षण का शुक्राना मेरे मालिक। जो आपने दिया है उसका भी शुक्राना, और जो नहीं दिया उसका भी शुक्राना, क्योंकि गुरुपा हमसे बेहतर आप जानते हैं कि आपकी संगत के लिए क्या अच्छा है और क्या नहीं। शुक्राना मेरे मालिक। संगत जी, मैं अपना शुक्राना सत्संग शेयर करती हूँ गुरु जी के मंत्र जाप से। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी। संगत जी, मैं एक्चुअली बैंक गई थी और मुझे बिल्कुल अभी याद नहीं है कि मैं किस पर्पस से गई थी बैंक। तो मैं मैंने कहा बैंक जा रही हूँ, लॉकर भी देख लेती हूँ। तो मैंने लॉकर खोला संगत जी, उसमें मतलब सब सामान था, लेकिन एक मेरा सेट था डायमंड का, तो वो मुझे नज़र नहीं आया। तो मैंने मतलब घर आई और पता नहीं क्यों मेरे थॉट से वो चीज़ निकल गई कि भाई वो चीज़ ढूंढूं मैं उस सेट को, क्योंकि गुरुजी ने ही सब समय तय किया होता है ना कि कब किस काम को होना है। तो संगत जी, उसके बाद मैं बेटे के पास बाहर चली गई, मैं वापस आई इंडिया, मुझे कुछ याद ही नहीं वो चीज़। फिर उसके बाद एक दिन मतलब अभी 3-4 दिन 2 दिन पहले ही एकदम ऑल ऑफ ए सडन मुझे फिर याद आया कि वो मेरा सेट कहाँ है, कि लॉकर में तो दिखा नहीं। तो मैंने संगत जी, आप मानेंगे, घर का एक एक कोना, मंदिर पूरा साफ करा मैंने, एक एक कोना, पूरा घर छान मारा, इवन लॉकर है घर में उसको भी देख लिया, कहीं वो था ही नहीं। मैंने गुरुजी से बोला कि गुरुपा, एक दिन ऐसे ही मेरे को एक सेट नहीं मिल रहा था, तो गुरुजी ने, मैं कैब में थी, तो मैंने हस्बैंड को कई बार बोला कि वो आपके लॉकर में होगा मेरा सामान, कहते नहीं नहीं मेरे लॉकर में कुछ नहीं है। तो मैं कैब में थी, तो मैंने जैसे ही मतलब बैंक का मेरे हस्बैंड वाला आता है, रेड लाइट पे कैब रुकती है, तो एकदम से गुरुजी टेलीपैथी से बोलते हैं कि यहाँ है तेरा सामान। उसके बाद मैं हस्बैंड के पीछे पड़ गई, मैंने कहा मेरा सामान आप ही के वाले लॉकर में है, मुझे ला कर दो, उसी लॉकर में है। तो जब बेटा मेरा गया उस बैंक में, क्योंकि बेटे और हस्बैंड का कंबाइंड लॉकर है वो, तो मैंने जा रहा था तो अपनी मतलब बहू का सामान रखने लॉकर में, तो मैंने कहा बेटा उसमें ना मेरा एक सामान पड़ा होगा, वो मुझे ला देना। कह रहे ओके माँ। तो वो सामान उसी लॉकर से मिला। तो मेरे को इतना मतलब पूरा फेथ था कि गुरुपा आप ही ढूंढोगे, मैंने तो पूरा घर छान मारा, मुझे नहीं मिल रहा। लेकिन मैं बहुत दिमाग पे जोर डाल रही हूँ कि जब मैं लाई थी, मैंने यहाँ रखा, मैं लाई नहीं थी, मैं लाई थी कि नहीं लाई थी, मुझे कुछ समझ ही नहीं आ रहा। तो ना फिर ऐसे मेरे को लगा, मुझे क्या लगा, संगत जी गुरुपा ने दिमाग में डाला कि वापस बैंक में जा। मतलब आप मानोगे संगत जी, मैं इतना रोई गुरु जी के स्वरूप के सामने, क्योंकि उस मतलब 2 महीने पहले ही मेरे साथ एक फ्रॉड हो गया था। कैश मतलब काफ़ी अमाउंट मेरा ऑनलाइन से चला गया था। तो मैंने तब भी बोला, मैंने कहा गुरु आपके होते हुए कैसे आपकी बेटी का नुकसान हो जाता है, मतलब आपने क्यों नहीं बताया कि रुक जा रुक जा। लेकिन संगत जी, मैं सच बताऊं, तब भी मुझे 1-2 बार ये हुआ था, गुरुजी ने वार्न किया कि रुक जा, और मैं
जो उस तरफ आदमी था, मैं उसको कह भी रही थी कि मुझे चेक करने दो, मेरा अकाउंट तो नहीं खाली हो रहा। उसने कहा नहीं मैम, अगर आपने ऐसे किया तो आपके पैसे वापस नहीं आएंगे जो आप रिफ़ंड मांग रहे हो। थोड़े से लालच के लिए काफ़ी नुकसान हुआ। तो फिर मैंने ऐसे सोचती रहती थी कि गुरुपा, आपके होते हुए नुकसान होता है आपकी बच्ची का। तो मुझे एक सत्संग सुनाया गया जिसमें गुरुपा ने बताया कि जो वो तेरा पैसा गया है, कोई बला थी जो टल गई उन पैसों में, तो तू उसकी चिंता मत कर। लेकिन मतलब परेशान तो मैं बहुत थी कि बैठे बिठाए नुकसान हुआ। उसके बाद ये हो गया कि मेरा सेट ना मिले। मैंने कहा गुरुपा, आपको तो सब पता है कि कहाँ होगा वो। आपने जैसे पहले भी बता दिया था मुझे कि इसी बैंक में है, प्लीज़ गुरुपा हेल्प करो। लेकिन मेरा दिमाग ही नहीं चल रहा था, मुझे कुछ समझ ही नहीं आ रहा था। तो मैं गुरुजी के स्वरूप के सामने इतना रोई। मैंने कहा गुरुपा, मतलब मैं किसी भी संगत से किसी से भी मिलती हूँ, हर टाइम गुरुजी के सत्संग करती हूँ, गुरुजी की बातें करती हूँ। मतलब कई बार मुझे लगता है लोग मुझे बोलेंगे कि पागल है, इसको कोई और बात ही नहीं है। मतलब ऐसे लगता है कि गुरुजी हमारी खून की जगह गुरुजी नसों में है हमारे। ना मैंने कहा गुरुजी, मैं तो हर टाइम आपका नाम लेती रहती हूँ, आपका जाप करती रहती हूँ। इवन घर में भी स्वरूप है, अगर मैं रूम से निकल के लिविंग रूम से किचन में जाती हूँ तब भी मैं गुरुजी से बातें करती जाती हूँ। मतलब मुझे इतना फेद है उन पे, इतना मुझे मालूम है कि गुरुपा सब ठीक करते हैं। तो मैंने कहा गुरुपा, उस दिन मैंने लॉकर में देखा था, नहीं था, मुझे वो मिला सेट। अब आप ही ढूंढ के दोगे। अगर आप चाहते हो तो गुरुपा सब कुछ पॉसिबल है, आप चाहते हो तो वो वापस भी लॉकर में आ सकता है। मैंने तो संगत जी इतना सोच लिया था कि मैं बैंक मैनेजर से बात करूंगी कि शायद मैंने लॉकर खोलते समय छोड़ दिया हो सामान। तो आज मैं तैयार हुई, मैंने बैंक जाने के लिए पूरी प्रिपेयर थी। लेकिन पता नहीं क्यों आलस सा आ गया कि छोड़ यार, बैंक लॉकर में तो है नहीं, क्यों धक्के खाऊं मैं इतना। लेकिन गुरुजी ने तय कर रखा था कि तेरे को जाना है। ऑल ऑफ ए सडन मेरा मूड बना और मैं चल पड़ी बैंक। रास्ते में भी सोचती रही क्यों मैं जा रही हूँ, वहाँ पर तो कुछ नहीं मिलना। मतलब अब संगत जी मैं बैंक गई, जो लॉकर ऑपरेट करवाता है बैंक में स्टाफ, मैंने लॉकर खोलने से पहले ही उनसे बोला, मैंने कहा बाई चांस अगर किसी का सामान रह जाता है लॉकर रूम में तो किसके पास जाता है। तो उन्होंने बोला कि वो सामान तो मतलब हम फिर जो कस्टमर आते हैं ऑपरेट करने उनको फ़ोन करते हैं कि आपका सामान रह गया है। मैंने कहा ये बात 1 साल पुरानी है, मैं सेम इसी महीने में आई थी, इसी टाइम पे आई थी सामान निकालने। तो कह रहा मैम काफ़ी पुरानी बात है। उसने लॉकर खोला, मतलब वो चला गया। उसके बाद मैंने लॉकर खोला, आगे कुछ पेपर्स थे, मैंने निकाले। मैंने कहा चलो अब जो भी है सेटिस्फेक्शन तो करनी है एक बार और संगत जी मैंने हाथ मार के, लॉकर थोड़ा लंबा है, मैंने पीछे हाथ मार के 3 चीज़ें थी वो निकाली। मुझे मतलब मन में वही थॉट था क्या यार इसमें तो है ही नहीं कुछ। और संगत जी जैसे ही मैंने वो बॉक्स खोला, वो सेट उसके अंदर, मैं एकदम शॉक्ड हो गई। और मैंने इतना गुरुजी का वही शुक्राना मन से करा, मैंने कहा शुक्राना गुरुपा, और मुझे माफ़ कर देना मेरे मालिक। 1 सेकंड नहीं लगता हमें भटकते हुए, लेकिन क्या करती, इतना नुकसान अब सहन नहीं होता। मैंने गुरुजी से भी बोला कि गुरुजी अब ये नुकसान सहन नहीं होता, बहुत हो चुका। और वो सेट देखते ही मेरा दिमाग ऐसे सनसा हो गया। मैंने कहा गुरुपा शुक्राना मेरे मालिक। संगत जी गुरुपा कोई भूल होगी और सत्संग करने में तो क्षमा कर देना। मैं गुरुजी का सत्संग उनके मंत्र जाप से समाप्त करती हूँ। संगत जी ओम नमः शिवाय, शिवजी सदा सहाय।
ओम नमः शिवाय। गुरु जी सदा 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 सहाय। जय गुरु जी। शुक्राना 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 मेरे मालिक, शुक्राना गुरु जी। जय गुरु जी संगत जी। अब अगला सत्संग जो हम आपके साथ शेयर करने जा रहे हैं, ये गुरु जी की ब्लेस्ड संगत द्वारा शेयर किया गया है। तो आइए हम इसको उन्हीं की आवाज में सुनते हैं। जय गुरु जी, शुक्राना। जय गुरु जी, शुक्राना गुरु जी, अनंतम अनंतम शुक्राना, हर पल का हर श्वास का शुक्राना मेरे गुरु जी महाराज। डोक देती हूँ, नमन से क्या करें। सारी संगत को जय गुरु जी, रूहानी आंटी को जय गुरु जी। और मैं अपने गुरु जी महाराज को शुक्राना सत्संग मंत्र जाप से स्टार्ट करना चाहूँगी। ओम नमः शिवाय, शिव जी सदा सहाय। ओम नमः शिवाय, गुरु जी सदा सहाय। संगत जी, मैं दिल्ली से बोल रही हूँ और मैं अपने गुरु जी का बहुत 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 सारा शुक्राना करना चाहती हूँ। संगत जी, कृपा जिस तरह अपना हमारे कष्ट सत्संग सुनवा के कटवाते हैं, जिस तरह कृपा ने मुझे लीवर में गांठ बताई है और उसके सत्संग सुनवाए कृपा ने कि पहले ये सुन। और जो संगत जी, मैंने मोबाइल खोला तो ये चीज़ आई कि तेरे जो बीमारी है लाइलाज, और जिस तरह तेरे पेट में जो गांठ बन रही है, तो उसके लिए मुझे सत्संग सुनवाए गुरुपा का, उसके लिए मैं अनंतम अनंतम शुक्राना करती हूँ। और संगत जी, बेटे पे भी कष्ट बताए थे तो गुरुपा ने उसके रिलेटेड भी मुझे सत्संग सुनवाए हैं और सुनवा रहे हैं, तो उसके लिए मैं अनंतम अनंतम शुक्राना करती हूँ मेरे गुरु जी महाराज का। और संगत जी, कुछ भी आपको सच में आप मन में सोचते हो ना कुछ भी, और अचानक से आप सोच रहे हो, आप कुछ भी माइंड में आपने गुरु जी का भी ध्यान ना किया हो, तो संगत जी वो हमारे गुरु जी महाराज फ़ौरन हाजिर करते हैं। सच में संगत जी, वो चीज़ आप सोच नहीं सकते, आपके मोबाइल में आने लग जाएगी। और उस तरह गुरुपा के अलग अलग कल्याण करने के भी, जिस तरह गुरुपा के अलग अलग हमें जो राय देते हैं, जो मार्गदर्शन कराते हैं, गुरुपा के बहुत अलग अलग हैं संगत जी, सच में। और कहते हैं ना कि गुरुपा भी वही चीज़ हम तक उतना ही पहुंचाते हैं, चीज़ें जहाँ तक हमें समझना है। और कुछ नहीं मैं कहूँगी अपने गुरुजी महाराज पे, बस मुझे विश्वास बहुत है अपने गुरुजी महाराज पे। संगत जी, मेरे अभी कुछ टाइम से लेग्स में भी काफ़ी पेन हो रहा है, और संगत जी, गुरुपा का चंदन तिलक तो हम लगाते ही हैं, और मैंने यहाँ तक कि घी भी नहीं लगाया है संगत जी, फिर भी मुझे इतना विश्वास है ना अपने गुरुजी महाराज पे कि गुरुपा सब देख रहे हैं, सब ठीक करेंगे। लेकिन मैं जल प्रसाद जरूर ले रही हूँ, और मैं घी भी लगाऊंगी अपने गुरुजी महाराज का जहाँ भी पैरों में दर्द है। जो गुरुपा ने इतनी प्यारी मेडिसिन हमें इतनी बख्श रखी है, हमें इतना मेडिसिन चंदन तिलक के रूप में, और जो हमें घी दिया है, जोत का घी, उसका, तो उसके लिए मैं अनंतम अनंतम शुक्राना करती हूँ गुरुपा, जो उस चीज़ के लिए आपने हमें बख्शा है कि हम ये चीज़ लगा सकें, चंदन तिलक दवाई के रूप में। कोई भी रोग हो, कोई भी चर्म रोग हो, कोई भी फेस की प्रॉब्लम हो, तो उसको लगाने के लिए शुक्राना गुरुपा, शुक्राना, बहुत बहुत शुक्राना। और हाथ पैरों में भी दर्द होता है तो आपने जिस तरह आपने घी बताया है कि पैरों में लगाने के लिए, तो उसके लिए भी मैं अनंतम अनंतम शुक्राना करती हूँ गुरुपा, बहुत 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 शुक्राना गुरुपा। और आप जो सत्संग सुनवाते हैं उसके लिए भी बहुत शुक्राना गुरुपा। उसमें भी आंटी जी वगैरह जिस तरह हमें जो अलग अलग उपाय बताती हैं, उसके लिए भी अनंतम 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 शुक्राना गुरुपा। और गुरुपा, मैं उन सब उपायों को कर पाऊँ जो भी आप बताएं गुरुपा। बस मैं यही चाहूँगी कि मैं उस सब चीज़ों को करूँ जिस तरह की आपका आशीर्वाद हो हमारे ऊपर, और सदैव बनाया है और रहेगा गुरुपा। बहुत विश्वास है गुरुपा कि आप हैं, आप सब देख रहे हैं संगत जी। मैं कुछ ना भी करूँ ना, तो भी मुझे पूरा विश्वास है गुरुपा देख रहे हैं, गुरुपा ने संभाल रखा है, गुरुपा पे छोड़ रखा है। तो बस एक विश्वास बहुत 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 बड़ी चीज़ है गुरु संगत जी। और कुछ तो हमें करना ही पड़ता है, हमारे गुरुपा भी कहते हैं, गुरुपा तो ये भी कहते हैं कि तो मेरी सुनती नहीं है गुरुजी महाराज, मैं बहुत थक जाती है आपकी बेटी, मगर गुरुपा आपने मुझे जो बाल्टी में बकेट में हमें पानी भर के पैर आपने सेकने के लिए कहा था, आजकल मैं वो चीज़ कर रही हूँ, क्योंकि मेरी जो वेन्स हैं संगत जी, जो खड़े खड़े हमारे जो नीली रंग की हमारी नसों में जो कलर्ड वाली ऐसे वेन्स हो जाती हैं संगत जी, मुझे मुझसे नाम ध्यान नहीं आ रहा, माफ़ कीजिएगा संगत जी।
तो वो चीज़ मेरे पैरों में अलग से वेन्स हो गई हैं इस तरह से। और गुरुपा ने मुझे पैरों के लिए भी मुझे बोला था कि पैर डिप करने के लिए रखना है अपने गर्म पानी में पैर डिप करके। तो मैं आजकल 2-3 दिन से वो कर रही हूँ, मुझे रिलीफ भी मिलता है उससे। तो मैं उसके लिए गुरुजी महाराज अनंत अनंत शुक्राना करती हूँ गुरुपा। मैं पूरी तरह बिल्कुल सच्चे दिल से आपको बोलती हूँ गुरुपा, मैं जो जो आप कहते हैं गुरुपा, मैं खुद चाहती हूँ मैं वो चीज़ करूँ। मगर आपकी बेटी भूल जाती है, बिल्कुल थक जाती है तो भूल भी जाती है, काम में बिजी हो जाती है। और गुरुपा आप ये भी कहते हैं कि तो अपना थोड़ा सा अपने लिए भी समय निकाला कर, पूरा दिन भर काम में लगी रहती है। तो गुरुपा कैसे पता नहीं चलता, काम में पूरा दिन लग जाता है। और बस मैं रोज़ यही सोचती हूँ कि अपनी गुरुपा का शुक्राना सत्संग कैसे शेयर करना है, मुझे क्या बोलना है। क्योंकि संगत जी हम जब भी सोचते हैं ना तो बिल्कुल हमें कुछ भी होश नहीं होता है कि हमें क्या बोलना है। बस मैं सोचती हूँ कि हर पल का शुक्राना करते चलूँ, जितना भी शुक्राना कर पाऊँ ना गुरुपा का कर सकूँ। और गुरुजी महाराज ने तो मुझे 7 दिन का शुक्राना सत्संग का भी बोला है कि 7 दिन शुक्राना सत्संग कर। और मैं अपने गुरुजी से इतना आशीर्वाद चाहती हूँ कि मैं रेगुलर 7 दिन अपना शुक्राना सत्संग सुना पाऊँ। तो उसके लिए भी अनंतम शुक्राना गुरुपा। हाथ थामने का शुक्राना गुरुपा। और आपने कहा था कि अपने घर की तरफ से पूरी हाजिरी लगा, तो अपने हस्बैंड अंकल की तरफ से शुक्राना करती हूँ और बच्चों की तरफ से शुक्राना, मदर इन लॉ फादर इन लॉ की तरफ से भी बहुत 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 शुक्राना मेरे गुरुजी महाराज। शुक्राना हम सब पूरे परिवार की तरफ से बहुत बहुत शुक्राना। मेरी तरफ से भी गुरुपा हर पल का आपका शुक्राना गुरुपा। जितना शुक्राना करूँ उतना कम है शुक्राना गुरुपा। और आपने गुरुपा हस्बैंड अंकल की हेल्थ के लिए भी आपने बोला था कि तेरे पति अंकल को भी अच्छी सेहत ब्लेस की है, तो उसके लिए भी मैं अनंत शुक्राना करती हूँ। और गुरुपा बहुत सारे मैसेज आते हैं, कुछ तो मैं कंफ्यूज होती हूँ, कुछ में बस मुझे आप पे बहुत भरोसा है कि जो कर रहे हैं गुरुपा कर रहे हैं और जो हो रहा है अच्छा ही होगा मेरा। तो उसके लिए भी बहुत 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 शुक्राना। जय गुरु जी, शुक्राना गुरु जी। ओम नमः शिवाय, शिव जी सदा सहाय। ओम नमः शिवाय, गुरु जी सदा सहाय। संगत जी मैं अपना शुक्राना सत्संग यहीं पे समाप्त करती हूँ। गुरु जी महाराज मुझसे कुछ भी कहने में भूल हो गई तो क्षमा कीजिएगा। सारी संगत से भी मैं माफ़ी मांगना चाहती हूँ, कुछ भी मैंने गलत कहा हो तो उसके लिए क्षमा कीजिएगा। सरबत का भला करना गुरुपा, सरबत का भला करना गुरुपा, सब पे अपना आशा अपनी कृपा बनाए रखना गुरु जी महाराज। जय गुरु जी, शुक्राना गुरु जी, लख लख शुक्राना, अनंतरम शुक्राना, हर पल का हर श्वास का शुक्राना मेरे गुरु जी महाराज ठोक देती हूँ। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, शुक्राना गुरु जी। बहुत बहुत शुक्राना संगत जी सत्संग को सुनने के लिए। आप सबसे रिक्वेस्ट है, चैनल पे नए हैं तो चैनल को सब्सक्राइब कर लें। और अगर आप भी अपना सत्संग शेयर करना चाहते हैं तो आप हमारे व्हाट्सएप नंबर 8755410703 पर अपना सत्संग रिकॉर्ड करके भेज सकते हैं। ईमेल एड्रेस डिटेल्स नीचे डिस्क्रिप्शन बॉक्स में मेंशन है। ध्यान रखें, सत्संग जब भी भेजें शांत वातावरण में बैठकर उसको रिकॉर्ड करें और आपकी आवाज़ में क्लैरिटी हो। जय गुरु जी, शुक्राना गुरु जी। गुरु जी शुक्राना शुक्राना।